ਜਾਂ ਤੁਹਾਡਾ ਟੈਕਸ ਡਿਊ ਹੈਗਾ ਆ, ਇੰਨੇ ਟੈਕਸ ਦੇ ਪੈਸੇ ਦੇਣ ਵਾਲੇ ਰਹਿੰਦੇ ਆ। ਅਜਿਹੀਆਂ ਜਿਹੜੀਆਂ ਸਕੀਮਾਂ ਲਗਾ ਕੇ ਜਿਹੜੇ ਭੋਲੇ ਭਾਲੇ ਲੋਕ ਨੇ ਜਿਹੜੇ ਗੱਲਾਂ ਵਿੱਚ ਆ ਜਾਂਦੇ ਆ, ਉਹਨਾਂ ਨੂੰ ਡਰਾ ਧਮਕਾ ਕੇ ਗੁੰਮਰਾਹ ਕਰਕੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਭੁੱਟੇ ਗਏ ਆ। ਇਹ ਜਿਹੜੇ ਠੱਗ ਬੈਠੇ ਇਹਨਾਂ ਦਾ ਜ਼ਿਆਦਾ ਵੱਡਾ ਜਿਹੜਾ ਨੈਟਵਰਕ ਹੈਗਾ ਉਹ ਦਿੱਲੀ ਅਤੇ ਅਹਿਮਦਾਬਾਦ ਦੇ ਵਿੱਚ ਆ। ਚਾਹੇ ਇਹ ਕੈਨੇਡਾ ਦੇ ਵਿੱਚ ਠੱਗੀਆਂ ਮਾਰਦੇ ਆ, ਚਾਹੇ ਅਮਰੀਕਾ 'ਚ ਠੱਗੀਆਂ ਮਾਰਦੇ ਆ। ਇਹ ਜਿਹੜੇ ਸਾਡੇ ਪੰਜਾਬ ਰਹਿੰਦੇ ਪਰਿਵਾਰਕ ਜੀ ਨੇ, ਰਿਸ਼ਤੇਦਾਰ ਨੇ, ਉਹਨਾਂ ਦੇ ਨਾਲ ਧੱਕਾ ਹੋ ਰਿਹਾ। ਜਿਹੜੇ ਮੋਦੀ ਸਰਕਾਰ ਵੱਲੋਂ ਕਿਸਾਨ ਬਿੱਲ ਜਿਹੜੇ ਪਾਸ ਕੀਤੇ ਗਏ ਆ ਉਹ ਗੈਰ ਸੰਵਿਧਾਨਕ ਵੀ ਨੇ ਤੇ ਇੱਕ ਧੱਕੇਸ਼ਾਹੀ ਵਾਲੀ ਗੱਲ ਹੈਗੀ ਆ। ਕੱਲ੍ਹ ਜਿਹੜੀਆਂ ਸਾਰੀਆਂ ਨਜ਼ਰਾਂ ਸੁਪਰੀਮ ਕੋਰਟ 'ਤੇ ਲੱਗੀਆਂ ਹੋਈਆਂ ਸੀ ਕਿ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ, ਕਿਉਂਕਿ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਅੱਗੇ ਗਿਆ ਸੀਗਾ ਕਿ ਕਿਸਾਨ ਮੋਰਚਾ ਜਿਹੜਾ ਇਹ ਇੱਥੋਂ ਚੁਕਵਾਇਆ ਜਾਵੇ, ਕਿ ਜੇ ਕੋਈ ਕਮੇਟੀ ਬਣਾਉਣੀ ਸੀਗੀ ਸਰਕਾਰਾਂ ਤੇ ਕਿਸਾਨ ਜਥੇਬੰਦੀਆਂ ਦੀ, ਉਹ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਬਣਾਈ ਜਾਣੀ ਚਾਹੀਦੀ ਸੀ। ਸੋ ਇੱਕ ਜਿਹੜਾ ਨਾਅਰਾ ਹੁਣ ਦਿੱਤਾ ਗਿਆ ਕਿਸਾਨ ਮੋਰਚੇ ਵੱਲੋਂ ਕਿ ਜ਼ਮੀਨ ਨਹੀਂ ਪਰ ਜ਼ਮੀਰ ਹੈ, ਉਸ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਤੋਂ ਜਿਹੜੇ ਕਿ ਕਿਸਾਨੀ ਨਹੀਂ ਕਰਦੇ, ਪਰ ਉਹਨਾਂ ਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਜਿਹੜਾ ਖੇਤੀ ਕਾਨੂੰਨ ਹੈ ਸਾਡੇ ਉੱਤੇ ਵੀ ਅਸਰਅੰਦਾਜ਼ ਹੋਣਗੇ। ਅੱਜ ਕਿਸਾਨ ਮੋਰਚੇ ਤੋਂ ਇੱਕ ਬੜੀ ਦੁਖੀ ਕਰਨ ਵਾਲੀ ਜਿਹੜੀ ਖਬਰ ਉਹ ਇਹ ਆਈ ਕਿ ਬਾਬਾ ਰਾਮ ਸਿੰਘ ਨਾਨਕਸਰ ਜਿਹੜੇ ਸਿੰਘੜੇ ਵਾਲੇ ਆ, ਉਹਨਾਂ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ। ਪਰ ਗੱਲ ਇਹ ਹੈ ਕਿ ਜਦੋਂ ਹਕੂਮਤ ਲੋਕਾਂ ਦੀ ਆਵਾਜ਼ ਸੁਣਨ ਤੋਂ ਇਨਕਾਰੀ ਹੋਵੇ ਤਾਂ ਸਰਕਾਰ ਦੇ ਕੰਨਾਂ ਤੱਕ ਜਿਹੜੇ ਬੋਲੇ ਹੋ ਚੁੱਕੇ ਆ ਆਵਾਜ਼ ਪਹੁੰਚਾਉਣ ਦੇ ਲਈ ਕਈ ਵਾਰੀ ਜਿਹੜੀਆਂ ਅਜਿਹੀਆਂ ਕੁਰਬਾਨੀਆਂ ਆ ਉਹ ਮਹਾਂਪੁਰਖ ਕਰ ਜਾਂਦੇ ਆ। ਇੱਕ ਵਾਰ ਫਿਰ ਤੁਹਾਡਾ ਦ ਸਹੋਤਾ ਸ਼ੋਅ ਦੇ ਵਿੱਚ ਸਵਾਗਤ ਹੈ। ਐਬਸਫੋਰਡ ਤੋਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਆ ਗੁਰਪ੍ਰੀਤ ਸਿੰਘ ਜਿਸ ਦਾ ਨਾਂ ਆ, 22 ਸਾਲ ਉਸ ਦੀ ਉਮਰ ਆ। ਇਹ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਆ। ਆਖਰੀ ਵਾਰ ਇਹਨੂੰ ਨਾਰਥਡੇਲ ਕੋਰਟ ਅਤੇ ਬਲੂ ਰਿਜ ਡਰਾਈਵ ਦੇ ਕੋਲ ਦੇਖਿਆ ਗਿਆ। ਇਹ ਪਤਲੇ ਸਰੀਰ ਦਾ, ਗਹਿਰੇ ਸਰੀਰ ਦਾ ਇਹ ਨੌਜਵਾਨ, ਜਿਸ ਦੇ ਵਾਲ ਕਾਲੇ ਅਤੇ ਭੂਰੀਆਂ ਅੱਖਾਂ ਆ, ਅਤੇ ਇਸਦਾ ਜਿਹੜਾ ਕੱਦ ਹੈਗਾ ਉਹ ਤਕਰੀਬਨ 5 ਫੁੱਟ 8 ਇੰਚ ਹੈਗਾ ਜੀ, ਅਤੇ ਇਹ ਲਾਪਤਾ ਆ। ਐਬਸਫੋਰਡ ਪੁਲਿਸ ਨੇ ਪਹਿਲਾਂ ਵੀ ਇਸ ਸੰਬੰਧੀ ਜਾਣਕਾਰੀ ਜਿਹੜੀ ਹੈ ਜਨਤਕ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ ਸੀਗਾ, ਪਰ ਹਜੇ ਤੱਕ ਇਸ ਨੌਜਵਾਨ ਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਅਤੇ ਹੁਣ ਇੱਕ ਵਾਰੀ ਫਿਰ ਐਡਵਾਈਜ਼ਰੀ ਜਾਰੀ ਕਰਕੇ ਐਬਸਫੋਰਡ ਪੁਲਿਸ ਡਿਪਾਰਟਮੈਂਟ, ਜਿਹੜਾ ਕਿ ਸਰੀ ਦੇ ਇੱਕ ਨਾਲ ਲੱਗਦਾ ਹੀ ਸ਼ਹਿਰ ਆ, ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਇਸ ਨੌਜਵਾਨ ਦੀ ਭਾਲ ਲਈ ਭਾਈਚਾਰਾ ਸਹਿਯੋਗ ਦੇਵੇ। ਜੇ ਕਿਸੇ ਕੋਲ ਇਸ ਨੌਜਵਾਨ ਸੰਬੰਧੀ ਕੋਈ ਜਾਣਕਾਰੀ ਹੈ ਜਾਂ ਇਹ ਕਿਤੇ ਚਲੇ ਗਿਆ ਜਾਂ ਕਿਸੇ ਨੇ ਦੇਖਿਆ ਹੈਗਾ ਤਾਂ ਉਹ ਐਬਸਫੋਰਡ ਪੁਲਿਸ ਡਿਪਾਰਟਮੈਂਟ ਦੇ ਨਾਲ 6048595225 ਦੇ ਉੱਤੇ ਜ਼ਰੂਰ ਸੰਪਰਕ ਕਰੇ। ਦੋਸਤੋ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਜਿਹੜੇ ਸਕੈਮ ਕਰਨ ਵਾਲੇ ਲੋਕ ਆ ਉਹਨਾਂ ਨੇ ਭੋਟਿਆ ਹੈਗਾ। ਤੁਹਾਡੇ ਘਰ ਫੋਨ ਆਉਂਦਾ, ਤੁਹਾਡੇ ਸੈੱਲ ਫੋਨ 'ਤੇ ਫੋਨ ਆਉਂਦਾ ਕਿ ਤੁਹਾਡਾ ਜੀ ਫਲਾਣਾ ਰਿਸ਼ਤੇਦਾਰ ਅਸੀਂ ਗ੍ਰਿਫਤਾਰ ਕਰ ਲਿਆ ਆ, ਉਹਨੂੰ ਛਡਾਉਣ ਲਈ ਤੁਸੀਂ ਇੰਨੇ ਪੈਸੇ ਦੇਣੇ ਪੈਣਗੇ, ਤੁਸੀਂ ਉੱਥੇ ਆਓ, ਜਾਂ ਤੁਹਾਡਾ ਟੈਕਸ ਡਿਊ ਹੈਗਾ ਆ, ਇੰਨੇ ਟੈਕਸ ਦੇ ਪੈਸੇ ਦੇਣ ਵਾਲੇ ਰਹਿੰਦੇ ਆ। ਅਜਿਹੀਆਂ ਜਿਹੜੀਆਂ ਸਕੀਮਾਂ ਲਗਾ ਕੇ ਜਿਹੜੇ ਭੋਲੇ ਭਾਲੇ ਲੋਕ ਨੇ ਜਿਹੜੇ ਗੱਲਾਂ ਵਿੱਚ ਆ ਜਾਂਦੇ ਆ, ਉਹਨਾਂ ਨੂੰ ਡਰਾ ਧਮਕਾ ਕੇ ਗੁੰਮਰਾਹ ਕਰਕੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਭੁੱਟੇ ਗਏ ਆ। ਅਤੇ ਇਹ ਜਿਹੜੇ ਠੱਗ ਬੈਠੇ ਇਹਨਾਂ ਦਾ ਜ਼ਿਆਦਾ ਵੱਡਾ ਜਿਹੜਾ ਨੈਟਵਰਕ ਹੈਗਾ ਉਹ ਦਿੱਲੀ ਅਤੇ ਅਹਿਮਦਾਬਾਦ ਦੇ ਵਿੱਚ ਆ। ਚਾਹੇ ਇਹ ਕੈਨੇਡਾ ਦੇ ਵਿੱਚ ਠੱਗੀਆਂ ਮਾਰਦੇ ਆ, ਚਾਹੇ ਅਮਰੀਕਾ 'ਚ ਠੱਗੀਆਂ ਮਾਰਦੇ ਆ, ਪਰ ਇਹਨਾਂ ਦਾ ਜਿਹੜਾ ਮੁੱਖ ਟਿਕਾਣਾ ਆ ਉਹ ਭਾਰਤ ਦੇ ਵਿੱਚ ਆ। ਇਹਨਾਂ ਵਿੱਚ ਬਹੁਤੇ ਜਿਹੜੇ ਆ ਉਹ ਬੜੇ ਵਧੀਆ ਤਰੀਕੇ ਦੇ ਨਾਲ ਹਿੰਦੀ ਜਿਹੜੇ ਬੋਲ ਲੈਂਦੇ ਆ ਅਤੇ ਇਸ ਨਾਲ ਅੰਗਰੇਜ਼ੀ ਵੀ ਬੋਲਦੇ ਆ। ਅਤੇ ਹੁਣ ਕੀ ਹੋਇਆ ਕਿ ਬੇਸ਼ੱਕ ਕੈਨੇਡਾ ਦੇ ਵਿੱਚ ਜਿਹੜੀਆਂ ਠੱਗੀਆਂ ਚੱਲੀਆਂ ਉਹਨਾਂ ਦੇ ਨਾਲ ਸੰਬੰਧਿਤ ਵੀ ਕੁਝ ਗ੍ਰਿਫਤਾਰੀਆਂ ਹੋਈਆਂ, ਪਰ ਅਮਰੀਕਾ ਨੇ ਇੱਕ ਜਿਹੜਾ ਜੀ ਇਸ ਤੋਂ ਵੀ ਅੱਗੇ ਜਾ ਕੇ ਕਦਮ ਜਿਹੜਾ ਕੀਤਾ, ਉਹਨਾਂ ਨੇ ਕਿਸ ਨੌਸਰਬਾਜ਼ ਨੂੰ ਇੱਥੇ ਲਿਆ ਕੇ ਅਮਰੀਕਾ ਦੇ ਵਿੱਚ ਜਿਹੜੀ ਆ ਸਜ਼ਾ ਦਿੱਤੀ ਆ। ਟੈਕਸਸ ਦੀ ਕੋਰਟ ਦੇ ਵਿੱਚ ਇੱਕ ਮੁਕੱਦਮਾ ਚੱਲਿਆ ਜਿਹਦੇ ਵਿੱਚ ਹਿਤੇਸ਼ ਮਧੂਭਾਈ ਪਟੇਲ ਨਾਂ ਦੇ ਇੱਕ 44 ਸਾਲਾਂ ਦੇ ਭਾਰਤੀ ਨੂੰ ਇਹ ਸਜ਼ਾ ਸੁਣਾਈ ਗਈ ਆ ਕਿ ਉਸਨੇ 2013 ਤੋਂ ਲੈ ਕੇ 2016 ਦੇ ਦਰਮਿਆਨ ਤਕਰੀਬਨ 25 ਮਿਲੀਅਨ ਤੋਂ 65 ਮਿਲੀਅਨ ਤੱਕ ਦਾ ਜਿਹੜਾ ਲੋਕਾਂ ਨੂੰ ਚੂਨਾ ਲਾਇਆ ਜੀ। ਅਤੇ ਇਸ ਸਜ਼ਾ ਦੇ ਨਾਲ ਇਹ ਵੀ ਕਿਹਾ ਗਿਆ ਕਿ ਉਹ ਰਿਹਾ ਹੋਣ ਤੋਂ ਬਾਅਦ ਵੀ 3 ਸਾਲ ਜਿਹੜਾ ਆ ਉਹ ਅਮਰੀਕਨ ਏਜੰਸੀਆਂ ਦੀ ਸੁਪਰਵਿਜ਼ਨ ਹੇਠ ਰਹੂਗਾ, ਅਤੇ ਨਾਲ ਹੀ ਉਹਨੂੰ 9 ਮਿਲੀਅਨ ਡਾਲਰ ਜਿਹੜੇ ਆ ਵਾਪਸ ਕਰਨ ਦੇ ਆਦੇਸ਼ ਵੀ ਦਿੱਤੇ ਗਏ ਆ, ਜਿਹੜੇ ਲੋਕ ਅੱਗੇ ਆ ਚੁੱਕੇ ਆ ਕਿ ਸਾਡਾ ਨੁਕਸਾਨ ਜਿਹੜਾ ਆ ਉਹ ਹੋਇਆ ਆ।
ਸੋ ਇਹਦੇ ਨਾਲ ਜਿਹੜੇ ਹੋਰ ਇਹਦੇ ਸਾਥੀ ਜਿਹੜੇ ਫੜੇ ਗਏ ਆ, ਉਹਨਾਂ ਨੇ ਦੱਸਿਆ ਕਿ ਇਹ ਅਹਿਮਦਾਬਾਦ ਗੁਜਰਾਤ ਤੋਂ ਇਹ ਜਿਹੜਾ ਪਟੇਲ ਸੀ, ਹਿਤੇਸ਼ ਮਧੂਭਾਈ ਪਟੇਲ, ਇਹ ਸਾਰਾ ਕਾਰੋਬਾਰ ਚਲਾ ਰਿਹਾ ਸੀਗਾ। ਇਹਨੇ ਹੋਰ ਅਗਾਂਹ ਬਹੁਤ ਸਾਰੇ ਨੌਜਵਾਨ ਜਿਹੜੇ ਆ, ਲੜਕੇ ਲੜਕੀਆਂ ਇਸ ਕੰਮ ਦੇ ਉੱਤੇ ਰੱਖੇ ਹੋ ਸੀ, ਜਿਨ੍ਹਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਤੁਸੀਂ ਕਿਵੇਂ ਅਮਰੀਕਨ ਐਕਸੈਂਟ ਦੇ ਵਿੱਚ ਗੱਲਬਾਤ ਕਰਕੇ, ਅੰਗਰੇਜ਼ੀ ਬੋਲ ਕੇ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਨੂੰ ਡਰਾ ਕੇ ਤੁਸੀਂ ਪੈਸੇ ਪੁੱਟਣੇ ਆ। 2016 ਦੇ ਵਿੱਚ ਅਮਰੀਕਨ ਸਰਕਾਰ ਦੀ ਜਿਹੜੀ ਆ ਕਹਿਣ ਦੇ ਉੱਤੇ ਜਿਹੜੇ ਉਹਨਾਂ ਨੇ ਜਾਂਚ ਕੀਤੀ ਹੈ ਸਾਰੀ, ਭਾਰਤ ਸਰਕਾਰ 'ਤੇ ਪ੍ਰੈਸ਼ਰ ਪਵਾਇਆ, ਇਹਦੀ ਗ੍ਰਿਫਤਾਰੀ ਹੋਈ ਹੈ। ਪਰ ਜਿਵੇਂ ਕਿ ਉੱਥੇ ਸਿਸਟਮ ਚੱਲਦਾ ਹੀ ਆ ਕਿ ਤੁਸੀਂ ਪੈਸੇ ਦੇ ਕੇ ਜ਼ਮਾਨਤ ਕਰਾ ਲੈਂਦੇ ਆ, ਅਤੇ ਉਹੀ ਗੱਲ ਇਸ ਕੇਸ ਵਿੱਚ ਵੀ ਹੋਈ ਕਿ 2016 ਦੇ ਵਿੱਚ ਇਸ ਜਿਹੜਾ ਦੋਸ਼ੀ ਆ, ਜਿਹਨੂੰ ਸਜ਼ਾ ਹੋਈ ਆ ਹਿਤੇਸ਼ ਪਟੇਲ ਨੂੰ, ਇਹਦੀ ਜ਼ਮਾਨਤ ਭਾਰਤੀ ਅਦਾਲਤ ਨੇ ਕਰ ਦਿੱਤੀ, ਅਤੇ ਇਹ ਜ਼ਮਾਨਤ ਦੇ ਵਿੱਚ ਕਿਸੇ ਤਰੀਕੇ ਜਿਹੜਾ ਆ ਉੱਥੋਂ ਬਾਹਰ ਨਿਕਲ ਕੇ ਸਿੰਗਾਪੁਰ ਆ ਗਿਆ। ਪਰ ਜਿਹੜੀ ਆ ਅਮਰੀਕਨ ਏਜੰਸੀਆਂ, ਉਹਨਾਂ ਨੇ ਇਹਦੀ ਪੈੜ ਨੱਪਣੀ ਜਿਹੜੀ ਆ ਜਾਰੀ ਰੱਖੀ, ਅਤੇ ਇਹਨੂੰ ਵਾਪਸ ਆ ਕੇ ਫਿਰ ਅਮਰੀਕਾ ਦੇ ਵਿੱਚ ਦਬੋਚ ਲਿਆ, ਸਿੰਗਾਪੁਰ ਦੇ ਵਿੱਚ ਆ ਕੇ ਦਬੋਚ ਲਿਆ, ਅਤੇ ਸਿੰਗਾਪੁਰ ਦੇ ਨਾਲ ਅਮਰੀਕਾ ਦੀ ਟ੍ਰੀਟੀ ਹੋਣ ਦੇ ਕਰਕੇ ਇਹਨਾਂ ਨੂੰ ਵਾਪਸ ਇੱਥੇ ਅਮਰੀਕਾ ਲਿਆਂਦਾ ਗਿਆ। ਟੈਕਸਸ ਦੀ ਅਦਾਲਤ ਵਿੱਚ ਮੁਕੱਦਮਾ ਚੱਲਿਆ, ਜਿੱਥੇ ਕਿ ਹੁਣ ਇਹਨੂੰ ਇਹ ਸਜ਼ਾ ਸੁਣਾਈ ਗਈ ਆ। ਇਹੋ ਜਿਹੇ ਹੋਰ ਬਹੁਤ ਸਾਰੇ ਕਾਲ ਸੈਂਟਰ ਹਾਲੇ ਵੀ ਚੱਲ ਰਹੇ ਆ, ਅਤੇ ਕੈਨੇਡਾ ਸਰਕਾਰ ਨੂੰ ਵੀ ਅਮਰੀਕਾ ਤੋਂ ਸੇਧ ਲੈਣ ਦੀ ਲੋੜ ਆ। ਇਹੋ ਜਿਹੇ ਲੋਕਾਂ ਦੇ ਉੱਤੇ ਜੇ ਸਖਤ ਕਾਰਵਾਈ ਇਸ ਤਰੀਕੇ ਕੀਤੀ ਜਾਵੇ ਤਾਂ ਹੀ ਜਿਹੜਾ ਆ ਬਚਾਅ ਹੋ ਸਕਦਾ, ਵਰਨਾ ਹਰ ਰੋਜ਼ ਕੋਈ ਨਾ ਕੋਈ ਕੈਨੇਡਾ ਦੇ ਵਿੱਚ ਇਹਨਾਂ ਦਾ ਨਿਸ਼ਾਨਾ ਬਣ ਰਿਹਾ ਆ। ਕਿਸਾਨ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਲੱਗਿਆ ਹੋਇਆ ਆ, ਇਹਦੇ ਸੰਬੰਧੀ ਬਾਹਰ ਕੀ ਹੋ ਰਿਹਾ ਆ, ਇਹ ਆਪਾਂ ਸਾਰੇ ਜਿਹੜੇ ਆ ਸੋਸ਼ਲ ਮੀਡੀਆ ਦੇ ਰਾਹੀਂ, ਰਵਾਇਤੀ ਮੀਡੀਆ ਦੇ ਰਾਹੀਂ ਜਾਣਨਾ ਚਾਹੁੰਦੇ ਆ। ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਸਾਡੇ ਸਾਹਮਣੇ ਆਉਂਦੀ ਰਹਿੰਦੀ ਆ। ਆਪਾਂ ਬੀਤਿਆਂ ਦਿਨਾਂ 'ਚ ਦੇਖਿਆ ਕਿ ਜਦੋਂ ਮੋਰਚਾ ਸ਼ੁਰੂ ਹੋਇਆ, 21 ਦਿਨ ਹੋ ਗਏ ਆ ਮੋਰਚਾ ਲੱਗੇ ਨੂੰ ਦਿੱਲੀ ਦੇ ਵਿੱਚ, ਤਾਂ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਕਾਰ ਰੈਲੀਆਂ, ਰੋਸ ਪ੍ਰਦਰਸ਼ਨ ਜਿਹੜੇ ਆ, ਮੁਜ਼ਾਹਰੇ ਆ, ਉਹ ਕੀਤੇ ਗਏ, ਕਿਉਂਕਿ ਜਿਹੜੀ ਪੰਜਾਬੀਆਂ ਦੀ ਵੱਡੀ ਗਿਣਤੀ ਸੀਗੀ, ਚਾਹੇ ਉਹ ਕਿਸੇ ਵੀ ਮੁਲਕ ਵਿੱਚ ਵੱਸਦੇ ਸੀ, ਉਹਨਾਂ ਨੇ ਦੁੱਖ ਮਨਾਇਆ ਇਸ ਗੱਲ ਦਾ ਕਿ ਜਿਹੜੇ ਸਾਡੇ ਪੰਜਾਬ ਰਹਿੰਦੇ ਪਰਿਵਾਰਕ ਜੀ ਨੇ, ਰਿਸ਼ਤੇਦਾਰ ਨੇ, ਉਹਨਾਂ ਦੇ ਨਾਲ ਧੱਕਾ ਹੋ ਰਿਹਾ। ਜਿਹੜੇ ਮੋਦੀ ਸਰਕਾਰ ਵੱਲੋਂ ਕਿਸਾਨ ਬਿੱਲ ਜਿਹੜੇ ਪਾਸ ਕੀਤੇ ਗਏ ਆ, ਉਹ ਗੈਰ ਸੰਵਿਧਾਨਕ ਵੀ ਨੇ ਅਤੇ ਇੱਕ ਧੱਕੇਸ਼ਾਹੀ ਵਾਲੀ ਗੱਲ ਹੈਗੀ ਆ। ਪਰ ਹੁਣ ਕੀ ਹੋਇਆ ਕਿ ਜਿੱਥੇ ਇੱਕ ਪਾਸੇ ਸਰਕਾਰ ਬਜ਼ਿੱਦ ਹੋਈ ਬੈਠੀ ਹੈ ਕਿ ਅਸੀਂ ਇਹ ਜਿਹੜੇ ਕਾਨੂੰਨ ਆ ਉਹ ਹਰ ਹਾਲ ਜਿਹੜੇ ਆ ਲਾਗੂ ਕਰਾ ਕੇ ਹੀ ਛੱਡਣੇ ਆ, ਕਿਸਾਨਾਂ ਦੀ ਗੱਲ ਜਿਹੜੀ ਆ ਮੰਨੀ ਨਹੀਂ ਜਾ ਰਹੀ, ਇੱਕ ਡੈਡਲੌਕ ਬਣਿਆ ਹੋਇਆ। ਇਹਦੇ ਨਾਲ ਹੀ ਕਿਤੇ ਨਾ ਕਿਤੇ ਜਿਹੜਾ ਆ ਦੂਜੇ ਪਾਸੇ ਪ੍ਰੋਪੇਗੈਂਡਾ ਜਿਹੜਾ ਬਹੁਤ ਵੱਡੀ ਪੱਧਰ ਦੇ ਉੱਤੇ ਕੀਤਾ ਜਾ ਰਿਹਾ। ਭਾਰਤ ਵਿੱਚ ਕੀ ਰਣਨੀਤੀ ਘੜੀ ਗਈ ਆ ਇਸ ਸੰਬੰਧੀ ਕਿਸਾਨ ਸੰਘਰਸ਼ ਨੂੰ ਫੇਲ ਕਰਨ ਲਈ, ਉਹਦੀ ਗੱਲ ਆਪਾਂ ਗਾਂਹ ਚੱਲ ਕੇ ਕਰਾਂਗੇ। ਪਰ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਜਿਹੜੇ ਮੋਦੀ ਭਗਤ ਆ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਆ ਕਿ ਬਾਹਰਲੇ ਮੁਲਕਾਂ 'ਚ ਇਹਨੂੰ ਕਿਸੇ ਤਰੀਕੇ ਕਾਊਂਟਰ ਕਰੋ। ਸੋ ਅਜਿਹੀ ਇੱਕ ਗੱਲ ਜਿਹੜੀ ਆ ਸਾਹਮਣੇ ਆਈ ਹੈ ਕਿ ਅਮਰੀਕਾ ਦਾ ਸੂਬਾ ਕੈਲੀਫੋਰਨੀਆ ਦਾ ਪ੍ਰਮੁੱਖ ਸ਼ਹਿਰ ਲਾਸ ਏਂਜਲਸ, ਜਿਹਨੂੰ ਆਪਾਂ LA ਵੀ ਕਹਿੰਦੇ ਆ, ਉਹਦੇ ਨਾਲ ਇੱਕ ਸਬਰਬ ਛੋਟਾ ਸ਼ਹਿਰ ਪੈਂਦਾ ਅਟੇਸੀਆ, ਜਿੱਥੇ ਕਿ ਭਾਰਤੀਆਂ ਅਤੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਜਿਹੜੀ ਆ ਵਸਦੀ ਆ। ਉੱਥੇ ਵੀਕਐਂਡ ਦੇ ਉੱਤੇ ਇੱਕ ਭਾਰਤ ਸਰਕਾਰ ਪੱਖੀ ਇਹਨਾਂ ਖੇਤੀ ਬਿੱਲ ਜਿਹੜੇ ਮੋਦੀ ਸਰਕਾਰ ਨੇ ਪਾਸ ਕੀਤੇ, ਇਹਨਾਂ ਦੇ ਹੱਕ ਦੇ ਵਿੱਚ ਇੱਕ ਰੈਲੀ ਜਿਹੜੀ ਆ ਉਹ ਰੱਖੀ ਗਈ ਆ। ਅਤੇ ਉਹਦੇ ਵਿੱਚ ਜਿਹੜਾ ਰੈਲੀ ਦਾ ਪੋਸਟਰ ਸਾਹਮਣੇ ਸੋਸ਼ਲ ਮੀਡੀਆ ਰਾਹੀਂ ਆਇਆ, ਉਹਦੇ ਵਿੱਚ ਭਾਰਤ ਪੱਖੀ ਗੱਲਾਂ ਜਿਹੜੀਆਂ ਆ ਕੀਤੀਆਂ ਗਈਆਂ ਆ ਕਿ ਕਾਨੂੰਨ ਸਹੀ ਆ, ਜਿਹੜੇ ਇਹ ਕਾਨੂੰਨ ਦਾ ਵਿਰੋਧ ਕਰ ਰਹੇ ਆ ਉਹ ਬਹੁਤ ਅਮੀਰ ਕਿਸਾਨ ਆ, ਇਹਨਾਂ ਵਿੱਚ ਬਹੁਤੇ ਜਿਹੜੇ ਆ ਪੰਜਾਬ ਦੇ ਕਿਸਾਨ ਆ, 95% ਜਿਹੜੇ ਲੋਕ ਆ ਪੰਜਾਬ ਇੰਡੀਆ ਦੇ ਜਾਂ ਕਿਸਾਨ ਜਿਹੜੇ ਇੰਡੀਆ ਦੇ ਆ, ਉਹ ਇਹਨਾਂ ਬਿੱਲਾਂ ਨੂੰ ਚੰਗਾ ਸਮਝਦੇ ਆ, ਅਤੇ ਇਹ ਜਿਹੜੇ ਲੋਕ ਆ ਬਿਨਾਂ ਗੱਲੋਂ ਵਿਰੋਧ ਕਰ ਰਹੇ ਆ। ਸੋ ਇਹ ਰੈਲੀ ਜਿਹੜੀ ਆ ਕਾਰ ਰੈਲੀ ਟੇਸਟੀਆ ਦੇ ਵਿੱਚ ਵੀਕਐਂਡ ਦੇ ਉੱਤੇ ਰੱਖੀ ਗਈ ਆ। ਅਤੇ ਇਸ ਦੇ ਨਾਲ ਹੀ ਹੋਇਆ ਕਿ ਜਦੋਂ ਇਹ ਰੈਲੀ ਰੱਖੀ ਗਈ, ਇਹ ਗੱਲ ਬਾਹਰ ਆਈ, ਤਾਂ ਉੱਥੇ ਵਸਦੇ ਜਿਹੜੇ ਪੰਜਾਬੀ ਆ ਉਹਨਾਂ ਨੇ ਵੀ ਇਸ ਦੇ ਉੱਤੇ ਇਤਰਾਜ਼ ਕੀਤਾ ਆ। ਅਤੇ ਉੱਥੇ ਹੁਣ ਹਾਲਤ ਇਸ ਵੇਲੇ ਇਹ ਬਣੀ ਹੋਈ ਆ ਕਿ ਉਹਨਾਂ ਨੇ ਵੀ ਬਰਾਬਰ ਰੈਲੀ ਰੱਖਣ ਜਾਂ ਇਹਨਾਂ ਵਾਲੀ ਰੈਲੀ ਜਿਹੜੀ ਆ ਡੱਕਣ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸੋ ਅਜਿਹੇ ਸਮੇਂ ਜਿਹੜਾ ਇੱਕ ਟਕਰਾਅ ਦਾ ਮਾਹੌਲ ਵੀ ਬਣਦਾ ਨਜ਼ਰ ਆ ਰਿਹਾ ਆ। ਕਿਸਾਨ ਸੰਘਰਸ਼ ਦਿੱਲੀ ਦੇ ਵਿੱਚ ਬੜੀ ਸਫਲਤਾ ਸਹਿਤ ਚੱਲ ਰਿਹਾ ਆ, ਅਤੇ ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਹਾਲੇ ਵੀ ਸ਼ਾਮਲ ਹੋਣ ਲਈ ਉੱਥੇ ਧੜ ਧੜ ਪਹੁੰਚ ਰਹੇ ਆ। ਜਿਹੜੀ ਚਾਹੇ ਕਿਸੇ ਕੋਲ ਜ਼ਮੀਨ ਹੈਗੀ ਆ, ਚਾਹੇ ਕਿਸੇ ਕੋਲ ਨਹੀਂ ਆ, ਪਰ ਜਿਹਨਾਂ ਲੋਕਾਂ ਕੋਲ ਜ਼ਮੀਰ ਹੈਗਾ ਆ ਉਹ ਉੱਥੇ ਦਿੱਲੀ ਮੋਰਚੇ ਦੇ ਵਿੱਚ ਪਹੁੰਚ ਕੇ ਸਾਥ ਦੇ ਰਹੇ ਆ। ਪੰਜਾਬ ਤੋਂ ਇਲਾਵਾ ਹਰਿਆਣਾ, ਇਸ ਤੋਂ ਇਲਾਵਾ ਜਿਹੜੇ ਹੋਰ ਸੂਬੇ ਆ, ਉੱਥੋਂ ਵੀ ਚਾਹੇ ਬੁੱਧੀਜੀਵੀ ਆ, ਚਾਹੇ ਆਮ ਲੋਕ ਨੇ, ਜਾਂ ਜਿਹੜੇ ਸਮਾਜ ਸੇਵਕ ਨੇ, ਉਹ ਪਹੁੰਚ ਕੇ ਲੋਕਾਂ ਦੀ ਜਿਹੜੀ ਆ ਹੌਸਲਾ ਅਫਜ਼ਾਈ ਕਰ ਰਹੇ ਆ। ਕੱਲ੍ਹ ਜਿਹੜੀਆਂ ਸਾਰੀਆਂ ਨਜ਼ਰਾਂ ਸੁਪਰੀਮ ਕੋਰਟ 'ਤੇ ਲੱਗੀਆਂ ਹੋਈਆਂ ਸੀ ਕਿ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ, ਕਿਉਂਕਿ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਅੱਗੇ ਗਿਆ ਸੀਗਾ ਕਿ ਕਿਸਾਨ ਮੋਰਚਾ ਜਿਹੜਾ ਇਹ ਇੱਥੋਂ ਚੁਕਵਾਇਆ ਜਾਵੇ,
ਇੱਕ ਜਿਹੜੀ ਪਟੀਸ਼ਨ ਪਾਈ ਗਈ ਸੀਗੀ, ਪਰ ਸੁਪਰੀਮ ਕੋਰਟ ਨੇ ਇਸ ਦੇ ਉਲਟ ਜਿਹੜਾ ਹੈ ਜੀ ਜਾ ਕੇ ਇੱਕ ਵੱਖਰਾ ਇਸ਼ਾਰਾ ਇਹ ਦਿੱਤਾ ਕਿ ਇੱਕ ਕਮੇਟੀ ਬਣਾ ਦਿਓ ਜਿਹਦੇ ਵਿੱਚ ਕਿਸਾਨ ਵੀ ਸ਼ਾਮਲ ਹੋਣ ਅਤੇ ਇਹਦੇ ਵਿੱਚ ਸਰਕਾਰ ਵੀ ਸ਼ਾਮਲ ਹੋਵੇ ਅਤੇ ਬਹਿ ਕੇ ਇਸ ਮਸਲੇ ਦਾ ਕੋਈ ਹੱਲ ਜਿਹੜਾ ਕੱਢਿਆ ਜਾਵੇ। ਪਰ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸੁਪਰੀਮ ਕੋਰਟ ਦੇ ਇਸ ਸੁਝਾਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆ। ਉਹ ਕਹਿੰਦੇ ਵੀ ਜਿਹੜਾ ਸੁਝਾਅ ਆ ਮਸਲੇ ਦਾ ਹੱਲ ਨਹੀਂ, ਮਸਲੇ ਦਾ ਹੱਲ ਤਾਂ ਸਿਰਫ ਅਤੇ ਸਿਰਫ ਕਾਨੂੰਨਾਂ ਦੀ ਜਿਹੜੀ ਆ ਵਾਪਸੀ ਹੈਗੀ ਆ, ਉਸ ਤੋਂ ਬਿਨਾਂ ਕਿਸਾਨ ਜਿਹੜੇ ਆ ਕਿਸੇ ਵੀ ਗੱਲ ਨੂੰ ਮੰਨਣ ਲਈ ਇਨਕਾਰੀ ਨਹੀਂ। ਬੜੇ ਹੀ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਲੌਜਿਕ ਦਿੱਤਾ ਆ ਕਿ ਜੇ ਕੋਈ ਕਮੇਟੀ ਬਣਾਉਣੀ ਸੀਗੀ ਸਰਕਾਰਾਂ ਅਤੇ ਕਿਸਾਨ ਜਥੇਬੰਦੀਆਂ ਦੀ, ਉਹ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਬਣਾਈ ਜਾਣੀ ਚਾਹੀਦੀ ਸੀਗੀ। ਇਹ ਬੜੀ ਵੱਡੀ ਗੱਲ ਕਿਸਾਨ ਜਥੇਬੰਦੀਆਂ ਨੇ ਕਹੀ ਆ, ਜਿਹਦੇ ਵਿੱਚ ਬਹੁਤ ਵੱਡੀ ਦਲੀਲ ਆ ਕਿ ਉਦੋਂ ਫਿਰ ਸਲਾਹ ਦੇ ਨਾਲ ਜਿਹੜੇ ਕਾਨੂੰਨ ਬਣਾਏ ਜਾਂਦੇ, ਪਾਸ ਹੁੰਦੇ, ਤਾਂ ਫਿਰ ਅੱਜ ਨੂੰ ਇਹ ਨੌਬਤ ਨਾ ਆਉਂਦੀ। ਹੁਣ ਜਦੋਂ ਕਾਨੂੰਨ ਪਾਸ ਹੋ ਚੁੱਕੇ ਆ, ਸਰਕਾਰ ਬਜ਼ਿੱਦ ਆ, ਗੱਲਬਾਤ ਵੀ ਨਹੀਂ ਕਰ ਰਹੀ ਹੈਗੀ, ਤਾਂ ਹੁਣ ਉਸੇ ਸਰਕਾਰ ਨਾਲ ਹੀ ਮੁੜ ਬਹਿਣਾ ਆ। ਅਤੇ ਉਸ ਕਰਕੇ ਕਮੇਟੀ ਬਣਾਉਣ ਦਾ ਮਤਲਬ ਕਿ ਕੋਈ ਰਹਿ ਨਹੀਂ ਜਾਂਦਾ ਜਿੰਨਾ ਚਿਰ ਸਰਕਾਰ ਜਿਹੜੀ ਉਹ ਆਪਣੇ ਕਾਨੂੰਨ ਆ ਵਾਪਸ ਨਹੀਂ ਲੈ ਲੈਂਦੀ। ਇਸ ਦੇ ਨਾਲ ਹੀ ਕੱਲ੍ਹ ਠੀਕਰੀ ਸਰਹੱਦ, ਜਿੱਥੇ ਕਿ ਪਹਿਲਾਂ ਕਹਿੰਦੇ ਸੀਗੇ ਕਿ ਲੋਕ ਘੱਟ ਗਿਣਤੀ ਵਿੱਚ ਆ, ਉੱਥੇ ਸਿੰਘੂ ਬਾਰਡਰ ਤੋਂ, ਕੁੰਡਲੀ ਬਾਰਡਰ ਤੋਂ ਵੀ ਬਹੁਤ ਸਾਰੇ ਲੋਕ ਜਾ ਕੇ ਉੱਥੇ ਹੁਣ ਬੈਠੇ ਆ। ਇੱਧਰੋਂ ਪੰਜਾਬ ਅਤੇ ਹਰਿਆਣਾ ਤੋਂ ਸਪੈਸ਼ਲ ਜਿਹੜੀ ਮਾਲਵਾ ਸਾਈਡ ਆ, ਉੱਥੋਂ ਬਹੁਤ ਸਾਰੇ ਲੋਕ ਜਿਹੜੇ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਆ। ਉੱਥੇ ਵੀ ਇਕੱਠ ਵੱਡਾ ਹੋ ਗਿਆ ਅਤੇ ਇਸ ਇਕੱਠ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਇਹ ਸੀ ਕਿ ਮਾਲਵੇ ਤੋਂ ਬਹੁਤ ਸਾਰੀਆਂ ਕਿਸਾਨ ਔਰਤਾਂ ਜਿਹੜੀਆਂ ਆ ਉਹ ਇੱਥੇ ਸ਼ਾਮਲ ਹੋਈਆਂ ਅਤੇ ਉਹਨਾਂ ਪੀੜਤ ਪਰਿਵਾਰਾਂ ਨੇ, ਜਿਨ੍ਹਾਂ ਦੇ ਜਿਹੜੇ ਮਰਦ ਨੇ ਜਾਂ ਘਰ ਦੇ ਜੀਅ ਆ ਖੁਦਕੁਸ਼ੀ ਕਰ ਚੁੱਕੇ ਆ ਕਿਸਾਨੀ ਕਰਜ਼ਿਆਂ ਦੇ ਕਰਕੇ, ਉਹਨਾਂ ਨੇ ਬੜੀਆਂ ਆਪਣੀਆਂ ਪ੍ਰਭਾਵਸ਼ਾਲੀ ਭਾਵਪੂਰਤ ਤਕਰੀਰਾਂ ਦੇ ਨਾਲ ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਦਾ ਜਿਹੜਾ ਧਿਆਨ ਖਿੱਚਿਆ। ਦੱਸਿਆ ਕਿ ਜਿਹੜੀ ਖੇਤੀ ਆ ਉਹ ਘਾਟੇ ਦਾ ਸੌਦਾ ਕਿਵੇਂ ਬਣੀ, ਕਿਵੇਂ ਉਹਨਾਂ ਦੇ ਘਰ ਦੇ ਜੀਅ ਜਿਹੜੇ ਆ ਉਹ ਕਰਜ਼ਿਆਂ ਕਾਰਨ ਖੁਦਕੁਸ਼ੀ ਕਰ ਗਏ। ਅਤੇ ਉੱਥੋਂ ਵੀ ਇਹੀ ਸੱਦਾ ਦਿੱਤਾ ਗਿਆ ਕਿ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਤਿੰਨੋਂ ਦੇ ਤਿੰਨੋਂ, ਅਸੀਂ ਇੱਥੋਂ ਨਹੀਂ ਹਿੱਲਾਂਗੇ। ਸੋ ਇੱਕ ਜਿਹੜਾ ਨਾਅਰਾ ਹੁਣ ਦਿੱਤਾ ਗਿਆ ਕਿਸਾਨ ਮੋਰਚੇ ਵੱਲੋਂ ਕਿ ਜ਼ਮੀਨ ਨਹੀਂ ਪਰ ਜ਼ਮੀਰ ਹੈ, ਉਸ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਤੋਂ ਜਿਹੜੇ ਕਿ ਕਿਸਾਨੀ ਨਹੀਂ ਕਰਦੇ, ਪਰ ਉਹਨਾਂ ਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਜਿਹੜਾ ਖੇਤੀ ਕਾਨੂੰਨ ਹੈ ਸਾਡੇ ਉੱਤੇ ਵੀ ਅਸਰਅੰਦਾਜ਼ ਹੋਣਗੇ, ਸਾਨੂੰ ਵੀ ਨੁਕਸਾਨ ਪਹੁੰਚਾਉਣਗੇ, ਉਹ ਵੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚ ਰਹੇ ਆ। ਦਿੱਲੀ ਮੋਰਚੇ ਦੇ ਵਿੱਚ ਇਕੱਠ ਜਿਹੜਾ ਆ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਆ ਅਤੇ ਜਿਹੜਾ ਜਿਨ੍ਹਾਂ ਦੀ ਜ਼ਮੀਨ ਨਹੀਂ ਹੈਗੀ ਉਹ ਵੀ ਉੱਥੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਆ। ਅਜਿਹਾ ਹੀ ਇੱਕ ਨੌਜਵਾਨ, ਸਿਰੜੀ ਨੌਜਵਾਨ, ਜ਼ਿਲ੍ਹਾ ਜਲੰਧਰ ਦੇ ਨੂਰ ਮਹਿਲ ਦੇ ਕੋਲ ਪੈਂਦੇ ਪਿੰਡ ਬਿਲਗੇ ਤੋਂ ਟਰਾਈਸਾਈਕਲ ਦੇ ਉੱਤੇ ਤੁਰਿਆ ਹੋਇਆ ਦਿੱਲੀ ਵੱਲ ਨੂੰ। ਆਓ ਤੁਹਾਨੂੰ ਦਿਖਾਉਂਦੇ ਆ ਉਹਦੀ ਗੱਲਬਾਤ। ਹਾਂਜੀ, ਦਿੱਲੀ ਹਾਈਵੇ ਰੋਡ, ਮੋਰਥਲ, ਮੰਨਤ ਢਾਬਾ। ਬਾਬਾ ਜੀ ਕਿੱਧਰੋਂ ਆਏ ਆ? ਜਲੰਧਰ ਤੋਂ ਆਏ ਆ। ਏਦਾਂ ਹੀ ਜਲੰਧਰ ਤੋਂ ਆਏ ਆ ਇੱਥੇ ਸਾਈਕਲੀ ਤੇ। ਕਦੋਂ ਤੁਰੇ ਸੀ? ਵੀਰਵਾਰ ਦਾ ਤੁਰਿਆ ਸੀਗਾ। ਵੀਰਵਾਰ ਦੇ ਤੁਰੇ ਹੋ? ਅੱਜ ਕੀ ਦਿਨ ਹੋ ਗਏ ਬਿੱਲੇ? ਮੰਗਲਵਾਰ ਹੋ ਗਿਆ। ਵੀਰ, ਸ਼ੁੱਕਰ, ਸ਼ਨੀ, ਐ, ਸੋਮ, ਮੰਗਲ, 5 ਦਿਨ ਲੱਗ ਗਏ ਤੁਹਾਨੂੰ ਆਉਣ ਨੂੰ। ਮਹਾਰਾਜ ਧੰਨਿਆ ਤੁਸੀਂ ਤਾਂ ਬਾਬਿਓ। ਮਹਾਰਾਜ ਤੁਸੀਂ ਹੁਣ ਖਾਣਾ ਪੀਣਾ ਦੱਸੋ ਕੀ ਆ? ਪਹਿਲਾਂ ਤਾਂ ਰੋਟੀ, ਲੰਗਰ, ਚਾਹ ਪਾਣੀ, ਦੁੱਧ ਦੱਸੋ। ਆਨੰਦ ਮੰਗਲ ਆ ਜੀ। ਅੱਛਾ ਜੀ, ਸਹੀ ਹੈ ਬਾਬਾ ਜੀ, ਸਲਾਮ ਹੈ ਤੁਹਾਨੂੰ। ਗੱਲ ਕਰ ਦਿੱਲੀ ਅਸੀਂ ਤਾਂ ਇਹੀ ਕੋਸ਼ਿਸ਼ ਕਰਦੇ ਵੀ ਸਾਡੇ ਜਾਣ ਤੋਂ ਪਹਿਲਾਂ ਹੀ ਮੰਗ ਪੂਰੀ ਹੋ ਜਾਵੇ। ਠੀਕ ਹੈ ਜੀ, ਆਪਾਂ ਨੂੰ ਕੋਈ ਪੰਜਾਬੀਆਂ ਨੂੰ ਸ਼ੌਂਕ ਨਹੀਂ ਹੈਗਾ ਉੱਥੇ ਰਾਤਾਂ ਰੁਕਣ ਦਾ ਜਾਂ ਰਹਿਣ ਦਾ। ਫਿਰ ਉਹਨਾਂ ਨੂੰ ਤਾਂ ਇਹ ਆ, ਉਹਨਾਂ ਦੀ ਮਨੋਕਾਮਨਾ ਜਿਹੜੀ ਉਹ ਪੂਰੀ ਹੋ ਜਾਵੇ, ਬਸ ਅਗਲੇ ਵਾਪਸੀ ਜਾਣ ਆਪਣੇ ਆਪਣੇ ਘਰਾਂ ਨੂੰ। ਹਰ ਕਦੇ ਨਿੱਕੇ ਨਿਆਣੇ। ਬਿਲਕੁਲ ਜੀ, ਬਿਲਕੁਲ। ਅੱਛਾ, ਤੁਸੀਂ ਜਲੰਧਰ ਤੋਂ ਆਏ ਆ? ਹਾਂਜੀ, ਮੈਂ ਜਲੰਧਰ ਤੋਂ ਆਇਆ। ਜਲੰਧਰ ਤੋਂ? ਮੇਰਾ ਜ਼ਿਲ੍ਹਾ ਜਲੰਧਰ ਪੈਂਦਾ, ਪਿੰਡ ਮੇਰਾ ਬਿਲਗਾ ਆ। ਅੱਛਾ, ਬਿਲਗੇ ਦੇ ਆ? ਬਿਲਗਾ ਜਲੰਧਰ ਤੋਂ ਆਇਆ। ਤੁਸੀਂ ਖੇਤੀ ਕਰਦੇ ਜੀ? ਖੇਤੀ ਨਹੀਂ, ਨਾ ਮੇਰੀ ਖੇਤੀ ਆ, ਨਾ ਮੇਰਾ ਕੁਛ ਆ। ਮੇਰਾ ਸਿਰਫ ਜ਼ਮੀਰ ਜਲੰਧਰ ਤੋਂ ਵੀਰ ਜਾਗਦਾ ਤੁਹਾਡਾ। ਉਹ ਜਾਗਿਆ ਸਾਰੇ ਕੁਝ ਦੇ ਕਾਮਯਾਬੀ ਹੈ। ਮੰਗਲਵਾਰ ਦਾ ਤੁਰਿਆ ਵੀਰ, ਮੰਗਲਵਾਰ ਦਾ। ਨਹੀਂ, ਵੀਰਵਾਰ ਦੇ ਤੁਰੇ ਹੋ, ਅੱਜ ਮੰਗਲਵਾਰ ਹੋ ਗਿਆ। ਅੱਜ 5 ਦਿਨਾਂ ਚ ਹੁਣ ਦਿੱਲੀ ਪਹੁੰਚ ਜੂਗੇ ਤੁਸੀਂ ਅੱਜ ਸ਼ਾਮ ਤੱਕ। ਤੁਸੀਂ ਦੇਖੀ ਇਸ ਨੌਜਵਾਨ ਦੀ ਵੀਡੀਓ ਜਿਹੜੀ ਕਿ ਪੂਰੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੀ ਹੈ। ਇਸ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਨੇ, ਕੋਈ ਪੈਦਲ, ਕੋਈ ਸਾਈਕਲ 'ਤੇ, ਕੋਈ ਆਪੋ ਆਪਣੇ ਸਾਧਨਾਂ ਦੇ ਰਾਹੀਂ ਜਿਹੜਾ ਆ ਇਸ ਸੰਘਰਸ਼ ਨੂੰ ਹਿੰਮਤ ਦੇਣ ਦੇ ਵਾਸਤੇ, ਇਸ ਦੇ ਵਿੱਚ ਹੱਥ ਵਟਾਉਣ ਦੇ ਵਾਸਤੇ ਤੁਰਿਆ ਹੋਇਆ। ਇਸ ਦੇ ਨਾਲ ਹੀ ਅੱਜ ਕਿਸਾਨ ਮੋਰਚੇ ਤੋਂ ਇੱਕ ਬੜੀ ਦੁਖੀ ਕਰਨ ਵਾਲੀ ਜਿਹੜੀ ਖਬਰ ਉਹ ਇਹ ਆਈ ਕਿ ਬਾਬਾ ਰਾਮ ਸਿੰਘ ਨਾਨਕਸਰ ਜਿਹੜੇ ਸਿੰਘੜੇ ਵਾਲੇ ਆ, ਉਹਨਾਂ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ।
ਤੇ ਜਿਹੜਾ ਉਹਨਾਂ ਦਾ ਖੁਦਕੁਸ਼ੀ ਨੋਟ ਉੱਥੋਂ ਕੁੰਡਲੀ ਬਾਰਡਰ ਤੇ ਬਹਿ ਕੇ ਲਿਖਿਆ ਆ, ਮੀਡੀਆ ਨੂੰ ਜਾਰੀ ਕੀਤਾ ਗਿਆ, ਉਹਨਾਂ ਦੇ ਵਿੱਚ ਉਹਨਾਂ ਨੇ ਇਹੀ ਗੱਲ ਕੀਤੀ ਕਿ ਮੇਰੇ ਕੋਲ ਕਿਸਾਨਾਂ ਦਾ ਜਿਹੜਾ ਦੁੱਖ ਆ ਉਹ ਦੇਖਿਆ ਨਹੀਂ ਗਿਆ, ਇਹ ਆਪਣੇ ਹੱਕ ਲੈਣ ਲਈ ਬੈਠੇ ਆ, ਸਰਕਾਰ ਨਿਆਂ ਨਹੀਂ ਦੇ ਰਹੀ। ਤੇ ਜਿਹੜੀ ਅਖੀਰ ਦੇ ਵਿੱਚ ਉਹ ਗੱਲ ਲਿਖਦੇ ਆ ਕਿ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਪੁਰਸਕਾਰ ਵਾਪਸ ਕਰ ਰਿਹਾ, ਕੋਈ ਅਵਾਰਡ ਵਾਪਸ ਕਰ ਰਿਹਾ ਆ, ਉਹ ਕੋਈ ਕਿਸੇ ਤਰੀਕੇ ਰੋਸ ਜਤਾ ਰਿਹਾ ਆ, ਤੇ ਜਿਹੜਾ ਦਾਸ ਆ ਉਹ ਇਸ ਕਿਸਾਨ ਸੰਘਰਸ਼ ਦੇ ਹੱਕ ਦੇ ਵਿੱਚ ਆਪਣੀ ਜਾਨ ਜਿਹੜੀ ਆ ਉਹ ਦੇ ਰਿਹਾ ਆ। ਹੁਣ ਇਸ ਗੱਲ ਨੂੰ ਲੈ ਕੇ ਜਿਹੜੀ ਆ ਬਹੁਤ ਤਰ੍ਹਾਂ ਦੀ ਚਰਚਾ ਚੱਲ ਰਹੀ ਆ। ਜਿਹੜਾ ਇੱਕ ਹਿਲਾ ਕੇ ਰੱਖ ਦਿੱਤਾ ਆ ਇਸ ਗੱਲ ਨੇ ਕਿ ਐਡੀ ਵੱਡਾ ਜਿਹੜਾ ਦਰਦ ਹੈਗਾ ਕਿਸਾਨ ਮੋਰਚੇ ਵਿੱਚ ਕਿ ਦੇਖਿਆ ਨਹੀਂ ਗਿਆ ਇੱਕ ਸੰਵੇਦਨਸ਼ੀਲ ਮਨੁੱਖ ਵੱਲੋਂ। ਬੇਸ਼ੱਕ ਸਾਨੂੰ ਦੂਰ ਬੈਠਿਆਂ ਨੂੰ ਅਸੀਂ ਤਸਵੀਰਾਂ ਦੇਖ ਰਹੇ ਹਾਂ, ਵੀਡੀਓਜ਼ ਦੇਖ ਰਹੇ ਹਾਂ, ਪਰ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਉੱਥੇ ਇਹ ਕਿਸਾਨ ਵੀਰ ਭੈਣਾਂ ਜਿਹੜੀਆਂ ਆ ਬੈਠੇ ਆ, ਠੰਡ ਦੇ ਵਿੱਚ ਮੀਂਹ ਪੈ ਜਾਂਦਾ ਉੱਪਰੋਂ, ਪੂਰੇ ਪ੍ਰਬੰਧ ਜਿਹੜੇ ਆ ਠੰਡ ਨੂੰ ਰੋਕਣ ਦੇ ਨਹੀਂ ਹੈਗੇ, ਸ਼ਾਮ ਨੂੰ ਜਿਹੜੀਆਂ ਟਰਾਲੀਆਂ ਦਾ ਲੋਹਾ ਵੀ ਠੰਡਾ ਹੋ ਜਾਂਦਾ ਆ, ਉਹ ਹਰੇਕ ਬੰਦਾ ਜਿਹੜਾ ਕੋਮਲ ਮਨ ਹੈਗਾ ਉਹ ਨਹੀਂ ਸਹਾਰ ਸਕਦਾ। ਤੇ ਬਾਬਾ ਰਾਮ ਸਿੰਘ ਨਾਨਕਸਰ ਵਾਲੇ ਜਿਹੜੇ ਆ ਉਹਨਾਂ ਨੇ ਜਦੋਂ ਇਹ ਸਾਰਾ ਕੁਝ ਦੇਖਿਆ ਤਾਂ ਦੁਖੀ ਹੋ ਗਿਆ ਮਨ, ਤੇ ਆਪਣੇ ਆਪ ਨੂੰ ਉਹਨਾਂ ਨੇ ਗੋਲੀ ਮਾਰ ਲਈ। ਬੇਸ਼ੱਕ ਸਿੱਖੀ ਸਿਧਾਂਤਾਂ ਦੇ ਵਿੱਚ ਆਤਮਦਾਹ ਦੀ, ਖੁਦਕੁਸ਼ੀ ਦੀ ਜਿਹੜੀ ਆ ਕੋਈ ਗੱਲ ਨਹੀਂ, ਇਸ ਨੂੰ ਕੋਈ ਮਾਨਤਾ ਨਹੀਂ ਹੈਗੀ, ਤੇ ਨਾ ਹੀ ਇਹ ਕਿਸੇ ਤਰੀਕੇ ਪ੍ਰੇਰਨਾ ਸਰੋਤ ਬਣਨੀ ਚਾਹੀਦੀ ਆ ਕਿ ਇਸ ਤੋਂ ਕੋਈ ਪ੍ਰੇਰਨਾ ਲੈ ਕੇ ਕੋਈ ਕੱਲ੍ਹ ਨੂੰ ਹੋਰ ਇਹੋ ਜਿਹੀ ਕਾਰਵਾਈ ਕਰੇ। ਪਰ ਗੱਲ ਇਹ ਹੈ ਕਿ ਜਦੋਂ ਹਕੂਮਤ ਲੋਕਾਂ ਦੀ ਆਵਾਜ਼ ਸੁਣਨ ਤੋਂ ਇਨਕਾਰੀ ਹੋਵੇ ਤਾਂ ਸਰਕਾਰ ਦੇ ਕੰਨਾਂ ਤੱਕ ਜਿਹੜੇ ਬੋਲੇ ਹੋ ਚੁੱਕੇ ਆ ਆਵਾਜ਼ ਪਹੁੰਚਾਉਣ ਦੇ ਲਈ ਕਈ ਵਾਰੀ ਜਿਹੜੀਆਂ ਅਜਿਹੀਆਂ ਕੁਰਬਾਨੀਆਂ ਆ ਉਹ ਮਹਾਂਪੁਰਖ ਕਰ ਜਾਂਦੇ ਆ। ਤੇ ਇਹ ਸਰਕਾਰਾਂ ਦੇ ਲਈ ਵੀ ਸੋਚਣ ਵਾਲੀ ਗੱਲ ਹੁੰਦੀ ਆ ਕਿ ਅਸੀਂ ਹੁਣ ਜਿਹੜੀ ਜ਼ਿੱਦ ਫੜੀ ਬੈਠੇ ਆ ਉਹ ਤੋਂ ਬਦਲੀਏ। ਸੰਘਰਸ਼ਾਂ 'ਚ ਆਈਆਂ ਖੜੋਤਾਂ ਤੋੜਨ ਦੇ ਵਾਸਤੇ ਆਪੇ ਜਿਹੜੇ ਆ ਉਹ ਵਾਰਨੇ ਪੈਂਦੇ ਆ। ਤੇ ਆਪਾਂ ਦੇਖਿਆ ਬੀਤੇ ਦੇ ਵਿੱਚ ਕਿ ਜਿਹੜੇ ਚਾਹੇ ਕਿਸਾਨੀ ਕਾਰਜਾਂ ਦੀ ਆਪਾਂ ਗੱਲ ਕਰ ਲਈਏ, ਉਹਦੇ ਵਿੱਚ ਵੀ ਜਿਹੜੀਆਂ ਹਜ਼ਾਰਾਂ ਖੁਦਕੁਸ਼ੀਆਂ ਹੋ ਗਈਆਂ ਆ, ਉਹ ਵੀ ਇਸੇ ਤਰੀਕੇ ਹੋਈਆਂ ਕਿ ਕਿਸੇ ਤਰੀਕੇ ਸਰਕਾਰ ਦੇ ਬੋਲੇ ਕੰਨਾਂ ਦੇ ਉੱਤੇ ਜਿਹੜੀ ਆ ਆਵਾਜ਼ ਪਹੁੰਚ ਸਕੇ ਕਿ ਹੁਣ ਤੱਕ ਕਿਤੇ ਜਾ ਕੇ ਕਿਸਾਨਾਂ ਦੀ ਸੁਣ ਲਈ ਜਾਵੇ। ਸੋ ਇਹ ਜਿਹੜਾ ਮਹੀਨਾ ਦਸੰਬਰ ਮਹੀਨਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਮਹੀਨਾ ਸਾਨੂੰ ਜੂਝਣ ਦਾ, ਅੜਨ ਦਾ, ਨਾ ਝੁਕਣ ਦਾ ਬਲ ਜਿਹੜਾ ਬਖਸ਼ਦਾ ਆ, ਪਰ ਹਰੇਕ ਦੀ ਉਨੀ ਸਮਰੱਥਾ ਜਿਹੜੀ ਆ ਨਹੀਂ ਹੁੰਦੀ। ਗੱਲ ਸਮਝਣ ਵਾਲੀ ਇਹ ਆ ਕਿ ਜੇ ਬਾਬਾ ਰਾਮ ਸਿੰਘ ਹੁਣਾਂ ਨੇ ਆਪਣਾ ਆਪ ਵਾਰਿਆ ਹੈਗਾ ਆ ਤਾਂ ਉਹ ਉਹਨਾਂ ਨੇ ਕਿਸੇ ਨਿੱਜੀ ਕਾਰਨ ਕਰਕੇ ਜਾਂ ਕੋਈ ਨਿੱਜੀ ਤਣਾਅ ਕਰਕੇ ਖੁਦਕੁਸ਼ੀ ਨਹੀਂ ਕੀਤੀ। ਉਹਨਾਂ ਨੇ ਬਕਾਇਦਾ ਨੋਟ ਲਿਖ ਕੇ ਕਿਹਾ ਕਿ ਮੈਂ ਕਿਸਾਨਾਂ ਦੀਆਂ ਮੰਗਾਂ ਕਰਕੇ ਜੋ ਦਿੱਲੀ ਬੈਠੇ ਆ, ਜਿਹੜੇ ਹਾਲ ਦੇ ਵਿੱਚ ਬੈਠੇ ਆ, ਉਹ ਤੋਂ ਦੁਖੀ ਹੋ ਕੇ ਇਹ ਕਦਮ ਜਿਹੜਾ ਆ ਉਹ ਚੁੱਕ ਰਿਹਾ ਆ। ਸੋ ਮਸਲਾ ਇਹ ਨਹੀਂ ਹੈਗਾ ਕਿ ਉਹਨਾਂ ਨੇ ਜਾਨ ਕਿਵੇਂ ਦਿੱਤੀ, ਮਸਲਾ ਇਹ ਹੈ ਕਿ ਉਹਨਾਂ ਨੇ ਜਾਨ ਕਿਉਂ ਦਿੱਤੀ। ਸਾਡੇ ਇਤਿਹਾਸ ਵਿੱਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੀਆਂ ਵੀ ਉਦਾਹਰਨਾਂ ਹੈਗੀਆਂ। ਸੋ ਇਹ ਨਹੀਂ ਗੱਲ ਹੈਗੀ ਕਿ ਇਹ ਜਿਹੜੀ ਕੋਈ ਉਹਨਾਂ ਨੇ ਕਾਰਵਾਈ ਕੀਤੀ ਹੈ ਇਹ ਤੋਂ ਪ੍ਰੇਰਨਾ ਲੈ ਕੇ ਕੋਈ ਹੋਰ ਇਹੋ ਜਿਹੀ ਕਾਰਵਾਈ ਕਰੇ, ਪਰ ਇਹ ਵੀ ਗੱਲ ਨਾਲ ਸਮਝਣ ਵਾਲੀ ਹੈ ਕਿ ਉਹਨਾਂ ਨੇ ਐਡਾ ਵੱਡਾ ਕਦਮ ਜਿਹੜਾ ਆ ਉਹ ਕਿਉਂ ਚੱਕਿਆ, ਕਿਉਂਕਿ ਸਰਕਾਰ ਜਿਹੜੀ ਆ ਕਿਸੇ ਪਾਸੇ ਲੱਗ ਨਹੀਂ ਰਹੀ ਹੈਗੀ। ਇਹ ਸਰਕਾਰੀ ਮੱਥੇ ਦੇ ਉੱਤੇ ਕਲੰਕ ਹਮੇਸ਼ਾ ਲਈ ਰਹੂਗਾ। ਤੇ ਇੱਕ ਗੱਲ ਜਿਹੜੀ ਹੋਰ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਉੱਥੇ ਗੱਲਬਾਤ ਹੁੰਦੀ ਆ ਮੀਡੀਆ ਦੇ ਨਾਲ ਵੀ, ਜਦੋਂ ਲੋਕ ਗੱਲ ਕਰਦੇ ਆ ਤਾਂ ਇਹੀ ਕਹਿੰਦੇ ਆ ਕਿ ਅਸੀਂ ਉੱਥੇ ਮਰਨ ਚੱਲੇ ਹਾਂ। ਸੋ ਇਹ ਜਿਹੜੀ ਗੱਲ ਕਹਿਣੀ ਕਿ ਉਹ ਤਾਂ ਘਰੋਂ ਹੀ ਮਿੱਥ ਕੇ ਚੱਲੇ ਆ ਕਿ ਸਾਡੇ ਨਾਲ ਪਤਾ ਨਹੀਂ ਕੀ ਹੋਣਾ, ਉੱਥੇ ਗਿਆ ਨੂੰ ਕਿ ਸਾਨੂੰ ਦਿਲ ਦਾ ਦੌਰਾ ਪੈਣਾ ਠੰਡ ਦੇ ਕਰਕੇ, ਜਾਂ ਸਾਡੇ ਗੋਲੀਆਂ ਵੱਜਣੀਆਂ, ਜਾਂ ਕਿਸੇ ਹੋਰ ਤਸ਼ੱਦਦ ਕਰਕੇ ਸਾਡੀ ਮੌਤ ਹੋਣੀ, ਅਸੀਂ ਪਤਾ ਨਹੀਂ ਜਿਉਂਦੇ ਉੱਥੋਂ ਵਾਪਸ ਆਉਣਾ ਕਿ ਨਹੀਂ ਆਉਣਾ। ਸੋ ਜਿੰਨੇ ਵੀ ਉੱਥੇ ਗਏ ਹੋਏ ਆ ਉਹ ਸਾਰੇ ਹੀ ਸਿਰਾਂ ਦੇ ਉੱਤੇ ਕਫਨ ਬੰਨ੍ਹ ਕੇ ਜਿਹੜੇ ਗਏ ਹੋਏ ਆ। ਸੋ ਬਾਬਾ ਰਾਮ ਸਿੰਘ ਦੀ ਜਿਹੜੀ ਇਹ ਕੁਰਬਾਨੀ ਮੈਂ ਕਹਾਂਗਾ, ਬਲੀਦਾਨ ਕਹਾਂਗਾ ਕਿ ਉਹਨਾਂ ਨੇ ਮੋਦੀ ਸਰਕਾਰ ਨੂੰ ਜਗਾਉਣ ਦੇ ਵਾਸਤੇ ਜਿਹੜਾ ਆ ਆਪਾਂ ਵਾਰਿਆ ਹੈਗਾ। ਇਸ ਦੇ ਨਾਲ ਗੜ੍ਹਸ਼ੰਕਰ ਤੋਂ ਇੱਕ ਨਾਲੇ ਪਿੰਡ ਥਾਣੇ ਆ, ਉੱਥੇ ਦਾ 16 ਸਾਲਾ ਨੌਜਵਾਨ ਜਿਹੜਾ ਕਿ ਟਰਾਲੀ 'ਚ ਸਵਾਰ ਹੋ ਕੇ ਜਾ ਰਿਹਾ ਸੀਗਾ, ਡਾਲੇ 'ਤੇ ਬੈਠਾ ਸੀਗਾ, ਟਰਾਲੀ ਨੂੰ ਜੰਪ ਲੱਗਾ, ਡਾਲੇ ਤੋਂ ਜਿਹੜਾ ਭੁੜਕ ਕੇ ਉਹ ਥੱਲੇ ਸੜਕ 'ਤੇ ਡਿੱਗਿਆ, ਪਿੱਛੋਂ ਕੋਈ ਟਰੱਕ ਆਉਂਦਾ ਸੀ ਉਹ ਉੱਪਰ ਚੜ੍ਹ ਗਿਆ ਉਸ 'ਤੇ, ਅਤੇ ਉਸ ਨੌਜਵਾਨ ਦੀ ਮੌਤ ਹੋ ਗਈ। 2 ਦਿਨਾਂ ਬਾਅਦ ਉਸਨੇ ਹਜੇ ਅਮਰੀਕਾ ਨੂੰ ਆਉਣਾ ਸੀਗਾ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਪਿੰਡ ਸਤੌਰ 'ਤੇ ਰਹਿਣ ਵਾਲੇ ਇੱਕ ਕਿਸਾਨ ਕੁਲਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਜਿਹੜੀ ਆ ਮੌਤ ਹੋਈ ਆ। ਸੋ ਰੋਜ਼ਾਨਾ ਕਿਸੇ ਨਾ ਕਿਸੇ ਕਾਰਨ, ਚਾਹੇ ਸੜਕ ਹਾਦਸੇ ਦੇ ਕਰਕੇ ਅਤੇ ਚਾਹੇ ਦਿਲ ਦੇ ਦੌਰੇ ਕਰਕੇ ਜਾਂ ਹੋਰ ਕਾਰਨਾਂ ਕਰਕੇ, ਕਿਸਾਨ ਸੰਘਰਸ਼ ਵਿੱਚ ਮੌਤਾਂ ਹੋ ਰਹੀਆਂ ਆ। ਸੋ ਇਹ ਜਿਹੜੀ ਗਿਣਤੀ ਆ ਰੋਜ਼ ਲਗਾਤਾਰ ਵੱਧ ਰਹੀ ਹੈ, ਅਤੇ ਕਿਸਾਨ ਮੋਰਚੇ ਦੀ ਸਟੇਜ ਤੋਂ ਜਥੇਬੰਦੀਆਂ ਵੱਲੋਂ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਹਨੇ ਵੀ ਦਿੱਲੀ ਨੂੰ ਆਉਣਾ ਆ
ਉਹ ਜਿਹੜਾ ਦਿਨੇ ਦਿਨੇ ਆਵੇ, ਮਤਲਬ ਜਿਹੜਾ ਅਰਲੀ ਮਾਰਨਿੰਗ ਤੜਕੇ ਆਪਣੇ ਪਿੰਡੋਂ ਤੁਰਿਆ ਜਾਵੇ ਤਾਂ ਕਿ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਦਿੱਲੀ ਪਹੁੰਚਿਆ ਜਾ ਸਕੇ। ਤੇ ਵਾਪਸ ਜਾਣ ਵਾਲੇ ਵੀ ਇੱਦਾਂ ਹੀ ਕਰਨ, ਕਿਉਂਕਿ ਇਹਨਾਂ ਦਿਨਾਂ ਵਿੱਚ ਧੁੰਦ ਬਹੁਤ ਪੈਂਦੀ ਹੈ ਤੇ ਧੁੰਦ ਪੈਣ ਦੇ ਕਰਕੇ ਹਾਦਸਿਆਂ ਦਾ ਖਤਰਾ ਜਿਹੜਾ ਆ ਉਹ ਵੱਧ ਜਾਂਦਾ ਆ। ਸੋ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਆ ਇਹ ਅਜਾਈ ਨਹੀਂ ਜਾਣਗੀਆਂ। ਅਮਰਦੀਪ ਸਿੰਘ ਗਿੱਲ ਘੋਲੀਆਂ ਕਲਾਂ ਨੇ ਬੜਾ ਖੂਬਸੂਰਤ ਲਿਖਿਆ, ਸ਼ਹਾਦਤਾਂ ਦਾ ਗੁੰਬਦ ਉੱਚਾ ਹੁੰਦਾ ਜਾ ਰਿਹਾ, ਰਾਜੇ ਦਾ ਮਹਿਲ ਨੀਵਾਂ ਹੁੰਦਾ ਜਾ ਰਿਹਾ। ਸ਼ਹਾਦਤਾਂ ਦਾ ਇੱਕ ਦਿਨ ਤਖਤ ਹੋਵੇਗਾ ਤੇ ਰਾਜੇ ਦੇ ਮਹਿਲ ਦੇ ਇੱਕ ਦਿਨ ਖੰਡਰ ਹੋਣਗੇ। ਤੇ ਸਾਡੇ ਜਿਹੜੇ ਅਸੀਂ ਪ੍ਰਵਾਸੀ ਪੰਜਾਬੀਆਂ ਹਜ਼ਾਰਾਂ ਮੀਲ ਦੂਰ ਬੈਠੇ ਆ, ਸਾਡੇ ਵਲਵਲੇ ਜਿਹੜੇ ਆ ਉਹ ਉਬਲੇ ਪਏ ਆ ਇਸ ਵੇਲੇ। ਜੋ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਅਸੀਂ ਦੇਖ ਰਹੇ ਹਾਂ, ਬੇਸ਼ੱਕ ਅਸੀਂ ਸਰੀਰਕ ਤੌਰ ਦੇ ਉੱਤੇ ਹਾਜ਼ਰ ਨਹੀਂ ਆ, ਪਰ ਦੇਖ ਰਹੇ ਹਾਂ ਕਿ ਕਿੰਨਾ ਸਿਰੜ ਜਿਹੜਾ ਉਹ ਦਿਖਾ ਰਿਹਾ, ਕਿੰਨੀ ਦ੍ਰਿੜਤਾ ਜਿਹੜੀ ਦਿਖਾਈ ਜਾ ਰਹੀ ਹੈ ਇੰਨੀ ਠੰਡ ਦੇ ਮੌਸਮ ਦੇ ਵਿੱਚ। ਤੇ ਅਜਿਹੀ ਇੱਕ ਪੰਜਾਬੀ ਜਿਹੜੇ ਪ੍ਰਵਾਸੀ ਪੰਜਾਬੀ ਆ ਉਹਨਾਂ ਦੀ ਚੀਜ਼ ਇੱਕ ਨੌਜਵਾਨ ਸੁਖਰਾਜ ਨੇ 1.5 ਮਿੰਟ ਵਿੱਚ ਜਿਹੜੀ ਆ ਬਿਆਨੀ ਆ, ਪੰਜਾਬ ਨਹੀਂ ਰਹਿੰਦਾ, ਪੰਜਾਬ ਮੇਰੇ ਵਿੱਚ ਰਹਿੰਦਾ। ਇਹ ਗੱਲ ਬਿਲਕੁਲ ਸਹੀ ਆ। ਬਹੁਤੇ ਜਿਹੜੇ ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬੀ ਆ ਉਹਨਾਂ ਦੀ ਇਹ ਇੱਕ ਸੱਚਾਈ ਆ ਕਿ ਚਾਹੇ ਕਿਸੇ ਨੂੰ 40 ਸਾਲ ਹੋ ਗਏ ਆਏ ਨੂੰ, ਚਾਹੇ ਕਿਸੇ ਨੂੰ 4 ਮਹੀਨੇ ਆਏ ਹੋਏ ਆ, ਪਰ ਜਦੋਂ ਵੀ ਹਲੇ ਸੁਪਨਾ ਆਉਂਦਾ ਤਾਂ ਪੰਜਾਬ ਦਾ ਆਉਂਦਾ ਤੇ ਪੰਜਾਬ ਦਾ ਜਿਹੜਾ ਦੁੱਖ ਸੁੱਖ ਆ ਉਹਨੂੰ ਇਹ ਸਾਰੇ ਸਮਝਦੇ ਆ। ਹੁਣ ਜਿਹੜੀ ਗੱਲ ਕਿਸਾਨ ਜੋ ਕੁਛ ਅਪਡੇਟਸ 24 ਘੰਟਿਆਂ ਵਿੱਚ ਬੀਤਿਆਂ 'ਚ ਹੋਈਆਂ, ਪਰ ਹੁਣ ਅਗਲਾ ਸਵਾਲ ਇਹ ਬਣਦਾ ਹੈਗਾ ਕਿ ਸਰਕਾਰ ਕੀ ਸੋਚ ਰਹੀ ਆ, ਕੀ ਉਹ ਗੰਭੀਰ ਆ ਕਿ ਇੰਨਾ ਜੋ ਕੁਝ ਹੋ ਰਿਹਾ ਆ ਵੀ ਉਹਨੂੰ ਦੇਖ ਕੇ ਉਹ ਗੱਲਾਂ ਉਹ ਮੰਗਾਂ ਜਿਹੜੀਆਂ ਮੰਨ ਲਈਆਂ ਜਾਣ ਜਾਂ ਉਹ ਕੁਝ ਹੋਰ ਰਾਹ ਤੁਰ ਰਹੀ ਆ। ਜਿਹੜੇ ਸੰਕੇਤ ਮਿਲ ਰਹੇ ਆ ਸਰਕਾਰ ਇਸ ਪਾਸੇ ਹੱਲੇ ਵੀ ਗੰਭੀਰ ਨਹੀਂ, ਜਿਵੇਂ ਕਿ ਕਿਸਾਨ ਆਗੂ ਕਹਿ ਰਹੇ ਆ ਵਾਰ-ਵਾਰ ਕਿ ਉਹ ਬਿਲਕੁਲ ਵੀ ਸੀਰੀਅਸਲੀ ਸਾਡੇ ਨਾਲ ਬੈਠਣ ਨੂੰ ਤਿਆਰ ਨਹੀਂ। ਜੇ ਇੰਨੇ ਸੀਰੀਅਸ ਹੁੰਦੇ ਤਾਂ ਹੁਣ ਨੂੰ ਜਿਹੜਾ ਮਸਲਾ ਹੱਲ ਹੋ ਜਾਣਾ ਸੀਗਾ। ਇਸ ਦੀ ਤਸਦੀਕ ਜਿਹੜੀ ਆ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਇਸ ਬਿਆਨ ਨੇ ਕੀਤੀ ਹੈ। ਉਹ ਕਹਿੰਦੇ ਵੀ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਿਹੜੇ ਲੋਕ ਬੈਠੇ ਆ ਉਹ ਸਿਰਫ ਇੱਕ ਸੂਬੇ ਦੇ ਨਾਲ ਸੰਬੰਧਿਤ ਹੈਗੇ ਆ ਤੇ ਇਹ ਜਿਹੜਾ ਅੰਦੋਲਨ ਆ ਇਹ ਪੂਰੇ ਭਾਰਤ ਦਾ ਅੰਦੋਲਨ ਨਹੀਂ ਹੈਗਾ। ਇਹ ਅੰਦੋਲਨ ਸਿਰਫ ਇੱਕ ਮਹਿਜ਼ ਸੂਬੇ ਤੱਕ ਜਿਹੜਾ ਆ ਸੁੰਗੜਿਆ ਹੋਇਆ ਆ ਤੇ ਪੰਜਾਬ ਦੇ ਕਿਸਾਨਾਂ ਵਿੱਚੋਂ ਵੀ ਥੋੜ੍ਹੇ ਕਿਸਾਨ ਜਿਹੜੇ ਆ ਗੁੱਸੇ ਦੇ ਵਿੱਚ ਆ ਤੇ ਅਸੀਂ ਜਲਦੀ ਇਸ ਦਾ ਹੱਲ ਕੱਢ ਲਵਾਂਗੇ। ਸੋ ਇਹਨਾਂ ਲੱਖਾਂ ਦਾ ਇਕੱਠ ਇੰਨੇ ਦਿਨਾਂ ਦੇ ਠੰਡ ਵਿੱਚ ਬੈਠੇ ਆ, ਦੇਸ਼ ਵਿਦੇਸ਼ ਤੋਂ ਪ੍ਰੈਸ਼ਰ ਪੈ ਰਿਹਾ ਆ, ਪਰ ਫਿਰ ਵੀ ਜਿਹੜੇ ਆ ਉਹ ਇਸ ਨੂੰ ਬੜਾ ਘਟਾ ਕੇ ਦੇਖ ਰਹੇ ਆ ਮੋਦੀ ਸਰਕਾਰ ਦੇ ਮੰਤਰੀ। ਹੁਣ ਜਿਹੜੀ ਅੰਦਰੋਂ ਗੱਲ ਆ ਰਹੀ ਹੈ ਕਿ ਉਹਨਾਂ ਨੇ ਇੱਕ 10 ਨੁਕਤੇ ਜਿਹੜੇ ਫੜ ਕੇ ਇੱਕ ਰਣਨੀਤੀ ਘੜੀ ਆ ਭਾਜਪਾ ਸਰਕਾਰ ਨੇ, ਬਜਾਏ ਕਿ ਇਸ ਗੱਲ ਦੇ ਕਿ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰੇ, ਕਿਸਾਨਾਂ ਦੀਆਂ ਮੰਗਾਂ ਮੰਨੇ। ਇਸ ਦੇ ਉਲਟ ਜਿਹੜਾ ਆ ਜਿਵੇਂ ਕਿ ਆਪਾਂ ਦੇਖਿਆ ਕਿ LA ਦੇ ਵਿੱਚ ਮੋਦੀ ਸਰਕਾਰ ਦੇ ਹੱਕ ਵਿੱਚ ਰੈਲੀ ਜਿਹੜੀ ਆ ਕੱਢੀ ਜਾ ਰਹੀ ਆ। ਅਜਿਹੇ ਹੋਰ ਵੀ ਬਹੁਤ ਥਾਈਂ ਕੁਛ ਗਾਂਹ ਤੁਹਾਨੂੰ ਦੇਖਣ ਨੂੰ ਮਿਲੂਗਾ, ਪਰ ਜਿਹੜੀ ਇੰਡੀਆ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਹੈ ਉਹਨੂੰ ਫੇਲ ਕਰਨ ਦੇ ਵਾਸਤੇ ਕੀ ਹੋ ਰਿਹਾ ਆ, ਉਹਦੇ ਵਾਸਤੇ 10 ਜਿਹੜੀ ਨਕਾਤੀ ਇੱਕ ਰਣਨੀਤੀ ਘੜੀ ਗਈ ਆ ਕਿ ਮੀਡੀਆ ਦੀ ਜਿਹੜੀ ਗੋਦੀ ਮੀਡੀਆ ਜ਼ਿੰਮੇਵਾਰੀ ਇਹ ਲਾਈ ਗਈ ਆ ਕਿ ਕਿਸਾਨਾਂ ਦੇ ਵਿੱਚ ਜਿਹੜੇ ਮਤਭੇਦ ਨੇ, ਕਿਸਾਨ ਜਥੇਬੰਦੀਆਂ ਵਿੱਚ ਮਤਭੇਦ ਨੇ, ਉਹਨਾਂ ਨੂੰ ਉਭਾਰਿਆ ਜਾਵੇ। ਜਿਹੜੇ ਵਿੱਚ ਸਰਕਾਰੀ ਬੰਦੇ ਬਿਠਾਏ ਹੋਏ ਆ ਉਹਨਾਂ ਦੀ ਵਰਤੋਂ ਕਰਕੇ ਜਿਹੜੀਆਂ ਕੋਈ ਪਹਿਲਾਂ ਗੱਲਾਂ ਸਾਹਮਣੇ ਆ ਚੁੱਕੀਆਂ ਆ ਬਾਹਰ, ਉਹਨਾਂ ਨੂੰ ਉਛਾਲ ਕੇ ਇਹਨਾਂ ਨੂੰ ਹੋਰ ਲੜਾਇਆ ਜਾਵੇ। ਤੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਸਿੱਖ ਨੇ ਤੇ ਕਾਮਰੇਡ ਆ ਉਹਨਾਂ ਦੇ ਉੱਤੇ ਲੇਬਲ ਲਾਇਆ ਜਾਵੇ ਕਿ ਜਿਹੜੇ ਸਿੱਖ ਆ ਇਹ ਸਾਰੇ ਖਾਲਿਸਤਾਨੀ ਆ ਤੇ ਜਿਹੜੇ ਕਾਮਰੇਡ ਆ ਉਹ ਸਾਰੇ ਮਾਓਵਾਦੀ ਆ। ਸੋ ਇਹ ਇੱਕ ਜਿਹੜਾ ਆ ਲੇਬਲ ਲਾਉਣ ਲਈ ਮੀਡੀਆ ਦੀ ਵਰਤੋਂ ਕੀਤੀ ਜਾਣੀ ਆ। ਆਲਰੇਡੀ ਭਾਰਤ ਦੇ ਜਿਹੜੇ ਆ ਖਾਸ ਕਰਕੇ ਪੰਜਾਬ ਦੇ ਪੰਜਾਬੀ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਮੋਹਰਲੀਆਂ ਸਫ਼ਿਆਂ 'ਤੇ ਛਾਪੇ ਜਾ ਰਹੇ ਆ ਅਜਿਹਾ ਦਿਖਾਉਣ ਦੇ ਵਾਸਤੇ ਕਿ ਇਹ ਜਿਹੜੇ ਖੇਤੀ ਬਿੱਲ ਆ ਉਹ ਕਿਸਾਨਾਂ ਦੇ ਹੱਕ ਵਿੱਚ ਆ ਤੇ ਜਿਹੜੇ ਵਿਰੋਧ ਕਰਨ ਵਾਲੇ ਲੋਕ ਆ ਉਹ ਗੁੰਮਰਾਹ ਕਰ ਰਹੇ ਆ। ਇਸ ਦੇ ਨਾਲ ਹੀ ਬੇਸ਼ੱਕ ਇਹ ਵੀ ਕਿਸਾਨਾਂ ਦੇ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਜਾ ਰਹੀ ਆ, ਪਰ ਨਾਲ ਨੀਤੀ ਇਹ ਬਣਾਈ ਗਈ ਆ ਕਿ ਗੱਲਬਾਤ ਦੇ ਵਿੱਚ ਲੜ ਸਿਰਾ ਜਿਹੜਾ ਆ ਕੋਈ ਨਹੀਂ ਫੜਾਉਣਾ। ਇਹਨਾਂ ਦੇ ਸਬਰ ਦਾ ਇਮਤਿਹਾਨ ਲਵੋ ਤਾਂ ਕਿ ਅਖੀਰ ਦੇ ਵਿੱਚ ਥੱਕ ਟੁੱਟ ਕੇ ਜਿਹੜੇ ਆ ਉਹ ਘਰ ਬਹਿ ਜਾਣ। ਤੇ ਇਸ ਦੇ ਨਾਲ ਹੀ ਜਿਹੜੇ ਪੰਜਾਬ ਹਰਿਆਣਾ ਤੋਂ ਬਾਹਰਲੇ ਸੂਬੇ ਉਹਨਾਂ ਵਿੱਚ ਲੋਕ ਲਹਿਰ ਸਿਰਜੀ ਜਾ ਰਹੀ ਆ। BJP ਦੇ 700 ਦੇ ਕਰੀਬ ਜਿਹੜੇ ਵੱਡੇ ਆਗੂ ਨੇ, MP MLA, ਇਹਨਾਂ ਦੇ ਜ਼ਿਲ੍ਹਾ ਪ੍ਰਧਾਨ, ਉਹਨਾਂ ਦੀਆਂ ਡਿਊਟੀਜ਼ ਲਾਈਆਂ ਗਈਆਂ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਣ, ਇਕੱਠ ਕੀਤੇ ਜਾਣ, ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਸਮਝਾਇਆ ਜਾਵੇ ਕਿ ਇਹ ਪੰਜਾਬ ਦਾ ਸੰਘਰਸ਼ ਆ, ਤੁਸੀਂ ਇਹਨੂੰ ਜਿਹੜਾ ਆ ਅੰਦੋਲਨ ਨੂੰ ਸਮਰਥਨ ਨਾ ਦਿਓ। ਇਸ ਦੇ ਨਾਲ ਹੀ ਹਰਿਆਣਾ ਦੇ ਵਿੱਚ ਜਿਹੜੀ ਸਤਲੁਜ ਯਮੁਨਾ ਲਿੰਕ ਨਹਿਰ ਆ ਉਹਦਾ ਮੁੱਦਾ ਜਿਹੜਾ ਚੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੀਡੀਆ ਦੇ ਵਿੱਚ ਵੀ, ਅਦਾਲਤਾਂ ਦੇ ਵਿੱਚ, ਤਾਂ ਕਿ ਜਿਹੜੇ ਇੱਕ ਦੁੱਖ ਦੀ ਰਹਿ ਗਿਆ ਪੰਜਾਬੀਆਂ ਦੀ ਤੇ ਹਰਿਆਣਵੀਆਂ ਦੀ ਉਹਨੂੰ ਛਿੜ ਕੇ ਆਪਸ ਵਿੱਚ ਜਿਹੜਾ ਇੱਕਾ ਬਣਿਆ ਹੋਇਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇ। ਆਉਣ ਵਾਲੇ ਦਿਨਾਂ ਵਿੱਚ ਹਰਿਆਣੇ ਵਿੱਚ ਜਿਹੜੀਆਂ ਕੁਝ ਚੋਣਾਂ ਰਹਿੰਦੀਆਂ ਆ
ਉਹ ਕਰਵਾਉਣ ਲਈ ਜ਼ੋਰ ਪਾਇਆ ਜਾ ਰਿਹਾ ਆ ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਉੱਧਰ ਜਾਵੇ। ਭਰਤੀ ਖੋਲ੍ਹੀ ਜਾ ਰਹੀ ਹੈ ਹਰਿਆਣੇ ਵਿੱਚ ਨੌਕਰੀਆਂ ਦੀ ਤਾਂ ਕਿ ਜਿਹੜੇ ਮੋਰਚੇ ਵਿੱਚ ਬੈਠੇ ਲੋਕ ਆ ਉਹਨਾਂ ਦਾ ਧਿਆਨ ਉੱਧਰ ਜਾਵੇ। ਇਸ ਦੇ ਨਾਲ ਹੀ ਜਿਹੜੇ ਬੀਜੇਪੀ ਦੇ ਸੂਬਿਆਂ ਦੇ ਮੁੱਖ ਮੰਤਰੀ ਆ ਉਹਨਾਂ ਨੇ ਆਪੋ ਆਪਣੇ ਸੂਬੇ ਵਿੱਚ ਕਮਾਨ ਸੰਭਾਲੀ ਆ ਕਿ ਕਿਸੇ ਵੀ ਤਰੀਕੇ ਕਿਸਾਨਾਂ ਨੂੰ ਜਿਹੜਾ ਆ ਉਸ ਸੂਬਿਆਂ ਦਿਆਂ ਨੂੰ ਇਸ ਅੰਦੋਲਨ ਦੇ ਨਾਲ ਜਿਹੜਾ ਆ ਜੁੜਨ ਨਹੀਂ ਦੇਣਾ ਜੀ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਆ ਕੁਝ ਨੁਕਤੇ ਬਣਾ ਕੇ ਬਕਾਇਦਾ ਤੌਰ ਦੇ ਉੱਤੇ ਭਾਜਪਾ ਸਰਕਾਰ ਵੱਲੋਂ ਗੇਮ ਖੇਡੀ ਜਾ ਰਹੀ ਆ, ਬਜਾਏ ਮੰਗਾਂ ਮੰਨਣ ਦੇ ਦੂਜੇ ਪਾਸੇ ਤੁਰਿਆ ਜਾ ਰਿਹਾ ਆ ਕਿ ਸੰਘਰਸ਼ ਨੂੰ ਕਿਵੇਂ ਫੇਲ ਕਰਨਾ ਆ। ਹੁਣ ਇਹ ਪੰਜਾਬ ਦੇ ਜਿਹੜੇ ਸੰਘਰਸ਼ੀ ਲੀਡਰ ਆ, ਦਿੱਲੀ ਮੋਰਚੇ 'ਚ ਬੈਠੀਆਂ ਕਿਸਾਨ ਜਥੇਬੰਦੀਆਂ ਆ, ਉਹਨਾਂ ਦੇ ਲੀਡਰਾਂ ਦੇ ਸਿਰ ਦੇ ਉੱਤੇ ਵੱਡੀ ਜਥੇਬੰਦੀਆਂ ਦੇ ਸਿਰ 'ਤੇ ਜ਼ਿੰਮੇਵਾਰੀ ਆਇਦ ਹੋ ਗਈ ਆ ਕਿ ਉਹਨਾਂ ਨੇ ਅਗਾਂਹ ਕੀ ਪ੍ਰੋਗਰਾਮ ਦੇਣਾ ਆ। ਇਸ ਸਾਰੇ ਦੇ ਮੱਦੇਨਜ਼ਰ ਜਿਹੜਾ ਠੋਸ ਪ੍ਰੋਗਰਾਮ ਦੇਣਾ ਪੈਣਾ ਤਾਂ ਹੀ ਜਾ ਕੇ ਜਿਹੜੇ ਆ ਉਹ ਆਪਾਂ ਬਰਾਬਰੀ ਕਰ ਸਕਦੇ ਹਾਂ ਅਤੇ ਦਿੱਲੀ ਸਰਕਾਰ ਨੂੰ ਮਜਬੂਰ ਕੀਤਾ ਜਾ ਸਕਦਾ ਕਿ ਇਹ ਜਿਹੜਾ ਸੰਘਰਸ਼ ਆ ਇਹਦੀਆਂ ਮੰਗਾਂ ਮੰਨੀਆਂ ਜਾਣ ਅਤੇ ਤਾਂ ਹੀ ਇਹ ਵਾਪਸੀ ਨੂੰ ਚਾਲੇ ਪਾਉਣਗੇ। ਇੱਥੇ ਪ੍ਰੋਗਰਾਮ ਸਮਾਪਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।